अस्सलाम वालेकुम नाज़रीन, आप देख रहे हैं डेली पाकिस्तान और मैं हूं आपका होस्ट सरफराज अली। इस वक्त मैं ननकाना साहब में मौजूद हूं, जहां इस वक्त बाबा गुरु नानक देव जी की 550वीं जन्मदिन के हवाले से तकरीबात जारी हैं। इस वक्त हम उस जगह पे मौजूद हैं जहां पे इस वक्त आशनान किया जा रहा है और फ्रांस से आए हुए हमारे सिख भाई हमारे साथ हैं। हम उनसे पूछते हैं थोड़ा सा स्नान के बारे में कि ये क्यों ज़रूरी है और इसकी मजहबी हवाले से इसकी क्या अहमियत है। जी सर, तुम ये दसो कि ये जो लोग स्नान कर रहे हैं ਇਹਦੀ ਅਹਿਮੀਅਤ ਥੋੜੀ ਜਿਹੀ ਦੱਸੋ। ਸਭ ਤੋਂ ਪਹਿਲਾਂ ਤੇ ਡੇਲੀ ਪਾਕਿਸਤਾਨ ਟੀਵੀ ਦੇ ਸਮੂਹ ਜਿੰਨੇ ਵੀ ਨੁਮਾਇੰਦੇ ਜਾਂ ਜਿੰਨੀ ਸੰਗਤ ਦੇਖ ਰਹੀ ਹੈ, ਅਸੀਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਬੁਲਾਉਂਦੇ ਹਾਂ। ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ। ਅਤੇ ਇਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ। ਇੱਥੇ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਟਾਈਮ ਅਵਤਾਰ ਧਾਰਿਆ ਜੋ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਹਿਮ ਭਰਮ ਸੀ, ਹਨੇਰ ਗਰਦੀ ਸੀ, ਲੁੱਟ ਖਸੁੱਟ ਸੀ। ਉਸ ਟਾਈਮ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰ ਕੇ ਇਸ ਦੁਨੀਆ ਦੇ ਵਿੱਚ ਆਏ ਅਤੇ ਉਹਨਾਂ ਨੇ ਦੁਨੀਆ ਦਾ ਭਾਰ ਉਤਾਰਾ ਕੀਤਾ। ਉਹਨਾਂ ਨੇ ਸਿੱਖ ਧਰਮ ਦੇ ਜਿਹੜੇ ਮੁੱਖ ਮਤਲਬ ਕਿ ਮੁੱਦੇ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਵੀ ਹਰ ਇੱਕ ਜਿਹੜਾ ਸਿੱਖ ਹੈ, ਜਿਹੜਾ ਨਾਨਕ ਨਾਮ ਲੇਵਾ ਸਿੱਖ ਹੈ, ਉਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੇ ਹੱਥੀਂ ਕਿਰਤ ਕਰੇ, ਨਾਮ ਜਪੇ, ਗੁਰੂ ਉਸ ਅਕਾਲ ਪੁਰਖ ਦੀ ਉਸਤਤ ਕਰੇ ਅਤੇ ਵੰਡ ਕੇ ਜੇ ਉਸ ਦੇ ਕੋਲ ਕੁਛ ਵਸੀਲੇ ਨੇ ਜ਼ਿਆਦਾ ਨੇ ਖਾਣ ਪੀਣ ਨੂੰ, ਅਤੇ ਜਿਹੜੇ ਉਹਦੇ ਭੈਣ ਭਰਾ ਗਰੀਬ ਨੇ ਉਹਨਾਂ ਦੇ ਵਿੱਚ ਵੰਡ ਕੇ ਅਤੇ ਛਕੇ। ਸਾਰਿਆਂ ਨੂੰ ਮਤਲਬ ਕਿ ਬਰਾਬਰਤਾ ਦੇਣ ਦੇ ਲਈ ਗੁਰੂ ਸਾਹਿਬ ਜੀ ਨੇ ਜਿਹੜਾ ਇਸ਼ਨਾਨ ਦੀ ਪ੍ਰਥਾ ਸੀ ਉਸ ਨੂੰ ਸ਼ੁਰੂ ਕੀਤਾ ਕਿ ਜਦ ਕਿਸੇ ਵੀ ਜੋ ਵੀ ਇਸ ਦਰਬਾਰ ਦੇ ਉੱਤੇ ਆ ਜਾਂਦਾ ਹੈ ਉਸ ਦੇ ਵਿੱਚ ਕਿਸੇ ਦੇ ਵਿੱਚ ਊਚ ਨੀਚ ਨਹੀਂ ਰਹਿ ਜਾਂਦੀ। ਕਿਸੇ ਦੇ ਵਿੱਚ ਇਹ ਨਹੀਂ ਗਾ ਕਿ ਮੈਂ ਵੱਡਾ ਵਾਂ, ਮੈਂ ਜਗੀਰਦਾਰ ਹਾਂ ਅਤੇ ਮੈਂ ਉੱਥੇ ਹੋਰ ਕਿਤੇ ਇਸ਼ਨਾਨ ਕਰੂੰਗਾ। ਜਿਹੜਾ ਵੀ ਇੱਥੇ ਆਊਗਾ ਉਸ ਨੂੰ ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਪਊਗਾ, ਉਸ ਨੂੰ ਇੱਕੋ ਪੰਗਤ ਦੇ ਵਿੱਚ ਬਹਿ ਕੇ ਇੱਕ ਟਾਟ 'ਤੇ ਬਹਿ ਕੇ ਉੱਪਰ ਉਸ ਨੂੰ ਲੰਗਰ ਛਕਣਾ ਪਊਗਾ। ਈਵਨ ਇੱਥੋਂ ਤੱਕ ਕਿ ਉਸ ਟਾਈਮ ਦਾ ਜੋ ਬਾਦਸ਼ਾਹ ਸੀਗਾ ਬਾਬਰ, ਉਸ ਨੇ ਵੀ ਜਦੋਂ ਦਰਸ਼ਨ ਕਰਨ ਦੇ ਲਿਆਇਆ ਅਤੇ ਉਹਨਾਂ ਨੂੰ ਵੀ ਪਹਿਲਾਂ ਲੋਕਾਂ ਦੇ ਨਾਲ ਬਹਿ ਕੇ ਸੰਗਤ ਦੇ ਨਾਲ ਬੈਠ ਕੇ ਬਰਾਬਰਤਾ ਦੇ ਵਿੱਚ ਆ ਕੇ ਲੰਗਰ ਛਕ ਕੇ ਬਾਹਰ ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ। ਸੋ ਜਿਹੜਾ ਇਸ਼ਨਾਨ ਕਰਨਾ ਹੈ ਇਸ ਦੇ ਨਾਲ ਦੇਖੋ ਸਰੀਰ ਦੀ ਪਵਿੱਤਰਤਾ ਆਉਂਦੀ ਹੈ, ਦੂਸਰੀ ਦੁਨੀਆ ਦੇ ਵਿੱਚ ਜਿੰਨੇ ਵੀ ਸਾਰੇ ਭਾਈਚਾਰਾ ਹੈ ਉਹਦੇ ਵਿੱਚ ਬਰਾਬਰਤਾ ਆਉਂਦੀ ਹੈ। ਇਸ ਦੀਆਂ ਬਹੁਤ ਜ਼ਿਆਦੀਆਂ ਮਹੱਤਤਾ ਨੇ। ਪਾਣੀ ਦਾ ਤੁਸੀਂ ਸਮਝਦੇ ਹੋ ਪਾਣੀ ਸੁੱਚਾ ਹੈ, ਇਸ ਦੇ ਨਾਲ ਆਪਣੀ ਸਿਸਟਮ ਨੂੰ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਆਪਾਂ ਜਦੋਂ ਵੀ ਕਿਸੇ ਕੋਲ ਜਾਣਾ ਅਤੇ ਆਪਣਾ ਸਰੀਰ ਜਿਹੜਾ ਸਵੱਛ ਹੁੰਦਾ ਹੈ। ਸੋ ਅਸੀਂ ਉਹਨਾਂ ਨੂੰ ਅਕਾਲ ਪੁਰਖ ਸਾਹਿਬ ਮੰਨਦੇ ਹਾਂ, ਉਹਨਾਂ ਨੂੰ ਜਗਦੀ ਜੋਤ ਮੰਨਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਅਸੀਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾਈਏ ਅਤੇ ਸਾਡਾ ਸਰੀਰ ਵੀ ਸਵੱਛ ਅਤੇ ਸਾਫ਼ ਹੋਵੇ। ਅੱਛਾ, ਦੂਸਰਾ ਇਹ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਫਰਾਂਸ 'ਚੋਂ ਤੁਸੀਂ ਆਏ तो किस तरीके लग रहा पाकिस्तान च आके, कैसा तुहाडा की ख्याल है, किस तरह पाकिस्तान के लोग तुहानू फील होया सर? देखो मतलब कि ये गल्लां मैं बयान नहीं कर सकता जिन्ना मतलब कि सानू इत्थे आके खुशी हुई है तो जिन्ना सानू इत्थे आके जिहड़ा पाकिस्तानी भाईचारे वालों तो मैं अजे भी वो बजुर्ग देखे ने इधरले पासे भी तो उधरले पासे भी जिहड़े एक दूजे नूं मिलण दे लई तड़फदे ने, जिन्हां दे मन दे विच कसक के कि कदों असी वो अपने उन्हां यारां नूं मिलीए, असी उन्हां गुरधामां दे दर्शन करिए, उन्हां जिहड़े साडे लोकां नूं असीं छड्ड आए हां कदों असी उन्हां नूं जाके गल वक्री पाईए। तो जदों इत्थे आउणे सानूं जिन्ना प्यार मिलदा है, जिन्नी मिठास है, जिन्नी प्यार मुहब्बत है इन्हां लोकां दे विच, साडा जिहड़ा मन है वो किसी चीज़ इस गल नूं असीं एक्सप्लेन नहीं कर सकते कि किन्नी सानूं खुशी हुंदी है जदों साडे भरा सानूं आके बाहां दे विच लैंदे हैं। मैं पिछले हफ्ते असीं परसों सियालकोट चले गए तो उसे असीं थोड़ा जिहा जूस पीण दे लई थल्ले उतर गए तो तुसीं यकीन करो कि 10-15 मिनटां दे विच साडे कोल 500-400 बंदा इकट्ठा हो गया सिर्फ सैल्फियां लैण दे लई। ਜਿਹੜੀ ਸਿਰਫ ਇਹਨਾਂ ਦੇਖੋ ਪਿਆਰ ਹੈ, ਉਹਨਾਂ ਨੇ ਸਾਡੇ ਕੋਲ ਕੁਝ ਲੈਣਾ ਨਹੀਂ ਸੀਗਾ, ਉਹਨਾਂ ਨੂੰ ਸਾਡੇ ਕੋਲ ਕੁਝ ਇੱਦਾਂ ਦਾ ਮਤਲਬ ਨਹੀਂ ਸੀਗਾ, ਪਰ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਦੱਸਿਆ ਸੀਗਾ ਕਿ ਜਿਹੜੇ ਸਿੱਖ ਨੇ ਸਾਡੇ ਨਾਲ ਰਹੇ ਨੇ, ਇੱਦਾਂ ਅਸੀਂ ਇਕੱਠੇ ਰਹੇ ਹਾਂ। ਇਹ ਉਹਨਾਂ ਦੀ ਜਿਹੜੇ ਪਿਆਰ ਦੀ ਖਿੱਚ ਸੀ ਉਹ ਸਾਡੇ ਕੋਲ ਲੈ ਗਏ। ਸੋ ਅਸੀਂ ਜਿਵੇਂ ਭਾਈ ਰਘਬੀਰ ਸਿੰਘ ਨੇ ਦੱਸਿਆ ਵੀ ਅਸੀਂ ਬਿਆਨ ਹੀ ਨਹੀਂ ਕਰ ਸਕਦੇ, ਇਹ ਸਾਡਾ ਤੁਹਾਡਾ ਜਾਂ ਇਹ ਸਾਰਿਆਂ ਦੇ ਵਿੱਚ ਸਾਨੂੰ ਇੰਨਾ ਕੁ ਪਿਆਰ ਅਤੇ ਤੁਹਾਨੂੰ ਸਾਡੇ 'ਚ ਇੰਨਾ ਪਿਆਰ ਨਜ਼ਰ ਆ ਰਿਹਾ। ਇਹ ਅਨੋਖੀ ਜਿਹੀ ਖੇਡ ਆ। ਮੈਂ ਪਹਿਲਾਂ ਵੀ ਆਉਂਦਾ ਰਹਿਣਾ ਇੱਥੇ ਕਿਉਂਕਿ ਮੈਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਵਾਈਜ਼ਰ ਮੈਂਬਰ ਹਾਂ ਅਤੇ ਅਸੀਂ ਪਿਛਲੀ ਵਾਰ ਜਦੋਂ ਮੈਂ
ਸਾਡੀ 2004 ਚ ਮੀਟਿੰਗ ਸੀ ਇਸਲਾਮਾਬਾਦ ਦੇ ਵਿੱਚ। ਜਿਹੜੇ ਹੋਟਲ 'ਚ ਮੈਂ ਠਹਿਰਿਆ, ਮੇਰੇ ਜਿਹੜਾ ਹੋਟਲ ਵਾਲਾ ਭਰਾ ਸੀ ਉਹਨੇ ਮੇਥੋਂ ਕਿਰਾਇਆ ਤੱਕ ਨਹੀਂ ਲਿਆ। ਤੁਸੀਂ ਸਮਝਦੇ ਹੋ ਵੀ ਇਹ ਕੀ, ਕਿਉਂਕਿ ਕਾਰੋਬਾਰ ਤੁਸੀਂ ਕਰ ਰਹੇ, ਅਸੀਂ ਇੱਥੇ ਆਏ ਹਾਂ ਮੁਸਾਫਰ, ਠੀਕ ਆ ਆਪਣੇ, ਲੇਕਿਨ ਹੁਣ ਵੀ ਕਿਤੇ ਜਾਂਦੇ ਹਾਂ ਤਾਂ ਬਦੋ ਬਦੀ ਮੇਰਾ ਖਿਆਲ ਹੈ ਕੱਲ੍ਹ ਪਰਸੋਂ ਜਿੱਦਣ ਅਸੀਂ ਆ ਰਹੇ ਹਾਂ, ਇੱਕ ਬਜ਼ੁਰਗ ਸਾਡੇ ਸੀ, ਅਸੀਂ ਤੇ ਉੱਥੋਂ ਪਾਣੀ ਲੈਣ ਲਈ ਤੁਰੇ ਹਾਂ, ਲੇਕਿਨ ਉਹ ਸਾਡੇ ਬਜ਼ੁਰਗ ਨੇ ਆਪਣੇ ਕੋਲੋਂ ਪੈਸੇ ਖਰਚ ਕੇ ਜੋ ਜੋ ਚਾਹੀਦਾ ਸੀ ਹਰ ਚੀਜ਼ਾਂ ਜਿਹੜੀ ਉਹਨੂੰ ਲੈ ਕੇ ਦਿੱਤੀਆਂ। ਇਸ ਕਰਕੇ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਪਰ ਸਾਨੂੰ ਇੰਨਾ ਦੁੱਖ ਹੋਇਆ ਇੱਕ ਚੀਜ਼ ਦਾ ਕਿ ਸਾਡੇ ਕਰਤਾਰਪੁਰ ਦੇ ਲਾਂਘੇ ਵਾਲੇ ਦਿਨ, ਉਸੇ ਦਿਨ ਦੇ ਵਿੱਚ ਬਾਬਰੀ ਮਸਜਿਦ ਦਾ ਹਿੰਦੁਸਤਾਨ ਦੀ ਸਰਕਾਰ ਨੇ ਜਿਹੜਾ ਫੈਸਲਾ ਗਲਤ ਦੇ ਕੇ ਸਾਡੇ ਮਨ ਉੱਤੇ, ਕਿਉਂਕਿ ਉਹੋ ਹੀ ਦਿਨ ਜਦੋਂ ਅਗਲੇ ਵਰੇ ਆਉਣਾ, ਅਸੀਂ ਤਾਂ ਖੁਸ਼ੀ ਮਹਿਸੂਸ ਕਰਨੀ ਆ, ਪਰ ਮੁਸਲਮਾਨ ਭਰਾਵਾਂ ਨੇ ਉਸ ਚੀਜ਼ ਦਾ ਦੁੱਖ ਮਹਿਸੂਸ ਕਰਨਾ, ਇਹ ਸਾਡੇ ਮਨ ਨੂੰ ਵੀ ਓਨੀ ਠੋਸ ਆ ਜਿੰਨੀ ਮੁਸਲਮਾਨ ਭਰਾਵਾਂ ਨੂੰ। ਤੇ ਅਸੀਂ ਅੱਲਾਹ ਤਾਲਾ ਅੱਗੇ ਬੇਨਤੀ ਕਰਦੇ ਹਾਂ ਵੀ ਸਮੱਤ ਬਖਸ਼ੇ ਉਹਨਾਂ ਭਰਾਵਾਂ ਨੂੰ ਵੀ ਇਹ ਜੋ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਅਵਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ। ਹਾਂਜੀ, ਇਸ ਕਰਕੇ ਨਾ ਕੋਈ ਹਿੰਦੂ, ਨਾ ਮੁਸਲਮਾਨ ਤੇ ਨਾ ਸਿੱਖ, ਅਸੀਂ ਜੇ ਸਾਰੇ ਇੱਦਾਂ ਰਵਾਂਗੇ ਤੇ ਅਸੀਂ ਖੁਸ਼ਹਾਲ ਹੋਵਾਂਗੇ। ਮੈਂ ਮੋਦੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਵੇਂ ਇਮਰਾਨ ਸਾਹਿਬ ਉਹਨਾਂ ਨੇ ਦਿਲ ਖੋਲ੍ਹ ਕੇ ਇਹ ਚੀਜ਼ਾਂ ਕੀਤੀਆਂ, ਅੱਗੇ ਅਸੀਂ ਸਾਡੇ ਵਪਾਰ ਵੀ ਇਹਨਾਂ ਨਾਲ ਸਾਡੇ ਸਾਂਝੇ ਹੋਣ, ਤਾਂ ਕਿ ਜਿਹੜੀ ਗੁਰਬਤ ਆ ਉੱਤੋਂ ਅਸੀਂ ਨਿਕਲੀਏ ਤੇ ਆਉਣ ਵਾਲਾ ਜਿਹੜਾ ਭਵਿੱਖ ਆ ਅੱਲਾਹ ਤਾਲਾ ਸਾਨੂੰ ਇਹ ਖੁਸ਼ੀਆਂ ਦੇਵੇ। ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਜਿਹੜਾ, ਤੇ ਤੁਸੀਂ ਦੱਸੋ ਜੀ ਇਸ਼ਨਾਨ ਕਰਦੇ ਆ ਕਿ ਨਹੀਂ ਹੈ ਜੀ? ਹਾਂਜੀ, ਇਸ਼ਨਾਨ ਅਸੀਂ ਕੀਤਾ ਨੇ, ਜੇ ਆਏ ਹੀ ਹਾਂ, ਤੇ ਮਹੱਤਤਾ ਤਾਂ ਤੁਹਾਨੂੰ ਦੱਸ ਦਿੱਤੀ ਹੈ ਇਸ਼ਨਾਨ ਦੀ। ਭਾਈ ਸਾਹਿਬ ਹੁਣੇ ਮੇਰੇ ਨੇ ਵੀ ਇਹ ਇੱਕ ਗੁਰੂ ਸਾਹਿਬ ਨੇ, ਸਾਡੇ ਗੁਰੂ ਨੇ ਇੱਕ ਪ੍ਰਥਾ ਚਲਾਈ ਸੀ, ਕਿਉਂਕਿ ਉਨੀ ਦਿਨੀ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਹੋਇਆ, ਉਨੀ ਦਿਨੀ ਇੰਨੀ ਘੋਰ ਅੰਧੇਰ ਸੀ, ਜਿਹੜਾ ਗਰੀਬ ਸੀਗਾ, ਜਾਤ ਪਾਤ 'ਚ ਵੰਡਿਆ ਸਮਾਜ ਸੀਗਾ, ਜਿਹੜਾ ਛੋਟੀ ਜਾਤ ਦਾ ਬੰਦਾ ਸੀ ਉਹਨੂੰ ਟੱਚ ਵੀ ਨਹੀਂ ਕਰ ਸਕਦਾ ਵੱਡੀ ਜਾਤ ਦੇ ਬੰਦੇ ਨੂੰ। ਤੇ ਸਾਡੇ ਗੁਰੂ ਨੇ ਇਸ ਕਰਕੇ ਇਹ ਸਰੋਵਰ ਕਰਾਏ ਵੀ ਇੱਥੇ ਚਾਹੇ ਕੋਈ ਗਰੀਬ ਆਏ ਚਾਹੇ ਕੋਈ ਅਮੀਰ ਆਏ, ਉਹ ਇਕੱਠਾ ਇਸ਼ਨਾਨ ਕਰੇ, ਉਹ ਤੇ ਟੱਚ ਨਹੀਂ ਕਰਨ ਦਿੱਤੇ। ਸਾਡੇ ਗੁਰੂ ਨੇ ਕਿਹਾ ਵੀ ਨਹੀਂ, ਇੱਥੇ ਸਾਰੇ ਜਿਹੜੇ ਆ ਇਕੱਠੇ ਟੱਚ ਕਰਨਗੇ। ਤੇ ਬਾਕੀ ਜੋ ਅਸੀਂ ਪਾਕਿਸਤਾਨ ਦੇ ਵਿੱਚ ਆਏ ਹਾਂ, ਮੈਂ ਪਹਿਲੀ ਟਾਈਮ ਆਇਆ, ਫਸਟ ਟਾਈਮ ਆਇਆ ਹਾਂ ਪਾਕਿਸਤਾਨ ਦੇ ਵਿੱਚ, ਜਿੰਨਾ ਕਿ ਪਿਆਰ ਪਾਕਿਸਤਾਨ ਦੀ ਆਵਾਮ ਨੇ ਸਾਨੂੰ ਦਿੱਤਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਅਸੀਂ ਕਿਤੇ ਵੀ ਗਏ ਹਾਂ, ਕਿਸੇ ਦੁਕਾਨ 'ਤੇ ਗਏ ਹਾਂ, ਤੁਰੇ ਜਾਂਦੇ ਸ਼ਹਿਰ 'ਚ ਨਿਕਲੇ ਹਾਂ, ਰੋ ਕੇ ਸਾਡੇ ਨਾਲ ਉਹਨਾਂ ਨੇ ਆਪਣੇ ਜੱਫੀਆਂ ਪਾਈਆਂ, ਸਾਡੀਆਂ ਫੋਟੋਆਂ ਲਈਆਂ, ਨਾਲ ਫੋਟੋਆਂ ਖਿਚਾਈਆਂ। ਇੰਨਾ ਪਿਆਰ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ, ਅਰਦਾਸ ਕਰਦੇ ਹਾਂ ਅੱਲਾਹ ਤਾਲਾ ਗਾਰੇ ਵੀ ਅੱਲਾਹ ਤਾਲਾ ਸਭ ਨੂੰ ਸਮਰੱਥ ਬਖਸ਼ੀ, ਸਾਡੀਆਂ ਜਿਹੜੀਆਂ ਹਕੂਮਤਾਂ ਵਾਂ ਜਿਹੜੀਆਂ ਗਰੂਰੀਆਂ ਫਿਰਦੀਆਂ ਨੇ ਉਹਨਾਂ ਨੂੰ ਸਮਰੱਥ ਬਖਸ਼ੀ, ਤਾਂ ਕਿ ਜਿਹੜੀ ਆਵਾਮ ਸ਼ਾਂਤੀ ਚਾਹੁੰਦੀ ਆ। ਤੁਸੀਂ ਦੱਸੋ ਕਿ ਕਰਤਾਰਪੁਰ ਲਾਂਘਾ ਜਿਹੜਾ ਖੁੱਲਿਆ ਉਹਦੇ ਬਾਰੇ ਤੁਹਾਡੇ ਕੀ ਵਿਊਜ਼ ਨੇ? ਤੁਸੀਂ ਸਮਝਦੇ ਹੋ ਕਿ ਇਹ ਕ੍ਰੈਡਿਟ ਪਾਕਿਸਤਾਨ ਨੂੰ ਜਾਣਾ ਚਾਹੀਦਾ, ਸਿੱਧੂ ਨੂੰ ਜਾਣਾ ਚਾਹੀਦਾ? ਵੈਸੇ ਤਾਂ ਦੋਨਾਂ ਨੂੰ ਜਾਣਾ ਚਾਹੀਦਾ, ਤੁਹਾਡਾ ਕੀ ਖਿਆਲ ਹੈ? ਦੇਖੋ, ਜਿਹੜਾ ਮਤਲਬ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਰੀਰ ਤਿਆਗਿਆ ਤੇ ਉਸ ਟਾਈਮ ਸਾਡੇ ਸਿੱਖ ਹਿੰਦੂ ਭਰਾਵਾਂ ਨੇ ਤੇ ਮੁਸਲਿਮ ਭਰਾਵਾਂ ਨੇ ਇੱਕ, ਮੈਂ ਕਹਿੰਦਾ, ਬੜੀ ਭਿਅੰਕਰ ਗਲਤੀ ਕੀਤੀ। ਇਹਨਾਂ ਨੇ ਉਹਨਾਂ ਦੀ ਜਿਹੜੀ ਚਾਦਰ ਸੀ ਨਾ ਉਹ ਵੰਡ ਲਈ, ਉਹ ਵੱਢ ਕੇ ਹਿੰਦੂ ਸਿੱਖਾਂ ਨੇ ਉਸ ਦਾ ਸੰਸਕਾਰ ਕਰ ਦਿੱਤਾ, ਮੁਸਲਮਾਨ ਭਰਾਵਾਂ ਨੇ ਉਹਨੂੰ ਦਫਨਾ ਦਿੱਤਾ। ਉਹ ਜਿਹੀ ਚਾਦਰ ਵੰਡੀ ਕਿ ਸਾਡਾ ਜਿਹੜਾ ਦੇਸ਼ ਸੀ ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਉਹ ਇੱਕ ਭਿਆਨਕ ਗਲਤੀ ਸੀ ਜਿਹਦੇ ਅੱਜ ਤੱਕ ਅਸੀਂ ਨਤੀਜੇ ਜਿਹੜੀ ਹੈ ਪੂਰੀ ਸਿੱਖ ਕੌਮ ਵੀ, ਪੂਰੀ ਮੁਸਲਮਾਨ ਕੌਮ ਵੀ ਅਸੀਂ ਭੁਗਤ ਰਹੇ ਹਾਂ। ਅਤੇ 70-72 ਸਾਲ ਹੋ ਗਏ ਨੇ। ਹਰ ਇੱਕ ਜਿਹੜਾ ਨਾਨਕ ਨਾਮ ਲੇਵਾ ਸੀ ਉਹਦੀ ਅਰਦਾਸ ਸੀਗੀ ਕਿ ਕਦੋਂ ਇਹ ਜਿਹੜੇ ਅਸੀਂ ਇੱਕ ਦੂਜੇ ਦੇ ਗੁਰਧਾਮਾਂ 'ਤੇ ਜਾਈਏ, ਅਸੀਂ ਇੱਕ ਦੂਜੇ ਨੂੰ ਮਿਲੀਏ। ਅਤੇ ਉਹ ਜਿਹੜੀ ਅਰਦਾਸ ਸੀ ਉਹ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਇਮਰਾਨ ਖਾਨ ਸਾਹਿਬ ਜੀ ਦਾ, ਜਿਨ੍ਹਾਂ ਨੇ ਕਿ ਬਹੁਤ ਹੀ ਵੱਡਾ ਦਿਲ ਕਰਕੇ ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਲਾਲਚ ਤੋਂ ਆ ਕੇ ਜਿਹੜੀ ਇਹ ਪਹਿਲ ਕਦਮੀ ਕਰਕੇ ਇੰਨਾ ਵੱਡਾ ਸਥਾਨ ਜਿਹੜਾ ਉਹਨਾਂ ਨੇ ਬਣਾਇਆ ਏ, ਇਹਦੇ 'ਚ ਉਹ ਬਹੁਤ ਹੀ ਵਧਾਈ ਦੇ ਹੱਕਦਾਰ ਨੇ। ਅਤੇ ਅੱਜ ਦੁਨੀਆ ਜਿਹੜੀ ਹੈ ਬਹੁਤ ਅੱਗੇ ਜਾ ਚੁੱਕੀ ਹੈ। ਜੇ ਬਰਲਿਨ ਦੀ ਦੀਵਾਰ ਟੁੱਟ ਸਕਦੀ ਹੈ, ਯੂਰਪ ਦੇ ਪੂਰੇ ਜਿੰਨੇ ਨੇ ਬਾਰਡਰ ਉਹ ਚੁੱਕੇ ਜਾ ਸਕਦੇ ਨੇ, ਅਤੇ ਅਸੀਂ ਤਾਂ ਪਹਿਲਾਂ ਇਕੱਠੇ ਰਹੇ ਹਾਂ। ਸਭ ਤੋਂ ਵੱਡੀ ਪ੍ਰੋਬਲਮ ਹੈ ਹਿੰਦੁਸਤਾਨ ਦੀ ਅਤੇ ਪਾਕਿਸਤਾਨ ਦੀ ਗੁਰਬਤ।
ਜੇ ਇਹਨਾਂ ਦੋਵਾਂ ਦੇ ਵਿੱਚੋਂ ਇਹ ਬਾਰਡਰ ਚੁੱਕਿਆ ਜਾਵੇ ਤੇ ਮੈਂ ਕਹਿੰਦਾ ਜਿੰਨਾ ਇਹ ਆਰਮੀਆਂ ਤੇ ਆਪਣਾ ਖਰਚਾ ਕਰ ਰਹੇ ਨੇ ਉਹ ਨਾ ਕਰਨ ਤੇ ਉਹ ਲੋਕਾਂ ਦੇ ਉੱਤੇ ਕਰਨ ਤੇ ਜਿਹੜੀ ਪੂਰੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਗੁਰਬਤ ਤੇ ਉਹ ਚੁੱਕੀ ਜਾਵੇ, ਲੋਕ ਖੁਸ਼ਹਾਲ ਹੋਣ ਤੇ ਇਹਨਾਂ ਲੋਕਾਂ ਨੂੰ ਇਸ ਚੀਜ਼ ਨੂੰ ਸਮਝ ਕੇ ਉਸ ਚੀਜ਼ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ ਕਿ ਇੰਡੀਆ ਕਹਿੰਦਾ ਸਾਨੂੰ ਪਾਕਿਸਤਾਨ ਤੋਂ ਖਤਰਾ ਹੈ, ਪਾਕਿਸਤਾਨ ਕਹਿੰਦਾ ਸਾਨੂੰ ਇੰਡੀਆ ਤੋਂ ਖਤਰਾ ਹੈ। ਲੋਕ ਇਹ ਚੀਜ਼ ਨਹੀਂ ਚਾਹੁੰਦੇ, ਲੋਕ ਸ਼ਾਂਤੀ ਚਾਹੁੰਦੇ ਨੇ, ਲੋਕ ਇੱਕ ਪਿਆਰ ਮੁਹੱਬਤ ਚਾਹੁੰਦੇ ਨੇ, ਲੋਕ ਚਾਹੁੰਦੇ ਨੇ ਇੱਕ ਦੂਜੇ ਨੂੰ मिलिए। बहुत ही धन्यवाद। बहुत जी नाजरीन, आपने हमारे सिख भाइयों की सारे व्यूज़ सुने। मुझे अब ननकाना साहब से इजाज़त दीजिए। मज़ीद अच्छी वीडियोज़ देखने के लिए डेली पाकिस्तान के साथ रहिए। अल्लाह हाफिज़।